ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਗੌਂਦੇ ਖੱਤਰੀ ਦਾ ਨਗਰ ਵਸਾਉਣ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਕਰਕੇ ਗੌਂਦੇ ਦੇ ਨਾਲ ਭੇਜਿਆ। ਇਸ ਤੋਂ ਪਹਿਲਾਂ ਗੌਂਦਾ ਨਗਰ ਵਸਾਉਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕਾ ਸੀ, ਪਰ ਉਹ ਸਫਲ ਨਹੀਂ ਸੀ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸਾ ਦੇ ਕਿਨਾਰੇ ਗੌਂਦੇ ਖੱਤਰੀ ਦੀ ਜ਼ਮੀਨ ਤੇ ਗੋਇੰਦਵਾਲ ਨਗਰ ਦੀ ਨੀਂਹ ਰੱਖੀ ਤੇ ਆਪਣੀ ਰਹਾਇਸ਼ ਵਾਸਤੇ ਵੀ ਚੁਬਾਰੇ ਬਣਵਾਏ। ਇਸ ਕਾਰਜ ਵਿੱਚ ਹੱਥ ਵਟਾਉਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਭੇਜਿਆ ਸੀ। ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਉਸਾਰੀ ਦਾ ਕੰਮ ਸਿਰੇ ਚੜਾਇਆ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਆਪ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਤਾਂ ਉਸ ਵਕਤ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਲਗਾਇਆ। ਉਦੋਂ ਸਤਿਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸਾਥੋਂ ਬਾਹਰ ਖਡੂਰ ਸਾਹਿਬ ਵਿੱਚ ਨਾ ਰਹਿਣਾ, ਗੋਇੰਦਵਾਲ ਵਿੱਚ ਜਾ ਕੇ ਵਸਣਾ, ਕਿਉਂਕਿ ਉੱਥੇ ਰਹਿਣ ਨਾਲ ਸਾਡੇ ਪੁੱਤਰਾਂ ਨੇ ਗੁਰਗੱਦੀ ਤੋਂ ਈਰਖਾ ਕਰਨੀ ਹੈ ਤੇ ਇਸ ਤਰ੍ਹਾਂ ਝਗੜਾ ਹੋ ਜਾਣ ਦਾ ਖਤਰਾ ਹੈ। ਇਹ ਬਚਨ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਸਾਹਿਬ ਚਲੇ ਗਏ। ਇੱਥੇ ਰਹਿ ਕੇ ਆਪ ਜੀ ਨੇ ਆਪਣੇ ਪਿਛਲੇ ਨਗਰ ਬਾਸਰਕੇ ਤੋਂ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਰਹਿਣ ਲਈ ਸੱਦ ਲਿਆ। ਬਾਬਾ ਬੁੱਢਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਕੁਝ ਸਮਾਂ ਆਪਣੇ ਨਗਰ ਚਲੇ ਗਏ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਗੋਇੰਦਵਾਲ ਵਿੱਚ ਗੁਰੂ ਘਰ ਦੀ ਮਰਿਆਦਾ ਆਰੰਭ ਕਰ ਦਿੱਤੀ। ਹਰ ਰੋਜ਼ ਦੋਵੇਂ ਵੇਲੇ ਦੀਵਾਨ ਸੱਜਦੇ, ਸਿੱਖ ਸੰਗਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੇ ਨਾਮ ਦੀ ਦਾਤ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜਣੀਆਂ ਸ਼ੁਰੂ ਹੋ ਗਈਆਂ। ਗੁਰੂ ਘਰ ਵਿੱਚ ਲੰਗਰ ਦੀ ਮਰਿਆਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਚੱਲ ਰਹੀ ਸੀ, ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਦਰਸ਼ਨ ਕਰਨ ਆਉਣ ਵਾਲਿਆਂ ਵਾਸਤੇ ਇਹ ਹੁਕਮ ਜ਼ਰੂਰ ਕਰ ਦਿੱਤਾ ਕਿ ਪਹਿਲੇ ਹਰ ਪ੍ਰਾਣੀ ਗੁਰੂ ਜੀ ਦੇ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਫਿਰ ਦਰਸ਼ਨਾਂ ਲਈ ਆਵੇ। ਆਪ ਦਾ ਮਨੋਰਥ ਇਹ ਸੀ ਕਿ ਹਰ ਪ੍ਰਾਣੀ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ। ਸੋ ਇਸ ਤਰ੍ਹਾਂ ਊਚ ਨੀਚ ਦਾ ਭਰਮ ਨਿਵਰਤ ਹੋ ਗਿਆ। ਆਪ ਨੇ ਪਹਿਲਾਂ ਪੰਗਤ ਤੇ ਫਿਰ ਸੰਗਤ ਦੀ ਮਰਿਆਦਾ ਕਾਇਮ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਜੀ ਗੁਰੂ ਸਾਹਿਬ ਜੀ ਦੀ ਨਿੱਤਾ ਪ੍ਰਤੀ ਵੱਧ ਰਹੀ ਮਹਿਮਾ ਨੂੰ ਸੁਣ ਕੇ ਬਹੁਤ ਦੁਖੀ ਹੋ ਰਿਹਾ ਸੀ। ਉਸਨੇ ਗੁਰੂ ਬਣਨ ਦਾ ਬੜਾ ਯਤਨ ਕੀਤਾ, ਪਰ ਸਿੱਖ ਸੰਗਤਾਂ ਸੱਚ ਤੇ ਕੱਚ ਨੂੰ ਜਾਣਦੀਆਂ ਸਨ, ਜਿਸ ਕਰਕੇ ਭਾਈ ਦਾਤੂ ਦੀ ਗੁਰਗੱਦੀ ਨਾ ਚੱਲ ਸਕੀ। ਉਹ ਗੁਰਤਾ ਨੂੰ ਆਪਣੀ ਮਲਕੀਅਤ ਸਮਝਦਾ ਸੀ, ਪਰ ਇਹ ਦਾਤ ਤਾਂ ਸੇਵਾ ਕਰਨ ਵਾਲੇ ਸੇਵਕ ਦੇ ਹਿੱਸੇ ਹੀ ਆਉਂਦੀ ਹੈ। ਦਾਤੂ ਦੇ ਮਨ ਵਿੱਚ ਈਰਖਾ ਦੀ ਅੱਗ ਬੜੇ ਪ੍ਰਚੰਡ ਰੂਪ ਵਿੱਚ ਬਲ ਉੱਠੀ। ਉਸਨੇ ਫੈਸਲਾ ਕੀਤਾ ਕਿ ਗੁਰਗੱਦੀ ਮੇਰੀ ਮਲਕੀਅਤ ਹੈ, ਇਸ ਲਈ ਮੈਂ ਆਪਣੇ ਇੱਕ ਸਧਾਰਨ ਸੇਵਕ ਨੂੰ ਨਹੀਂ ਬੈਠਣ ਦਿਆਂਗਾ। ਇਹ ਇਰਾਦਾ ਧਾਰ ਕੇ ਉਹ ਗੋਇੰਦਵਾਲ ਵੱਲ ਤੁਰ ਪਿਆ। ਅੱਗੇ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਸਜਾ ਕੇ ਸਿੱਖ ਸੰਗਤਾਂ ਵਿੱਚ ਬੈਠੇ ਸਨ। ਸ਼ਬਦ ਕੀਰਤਨ ਹੋ ਰਿਹਾ ਸੀ। ਭਾਈ ਦਾਤੂ ਦੀਵਾਨ ਵਿੱਚ ਪਹੁੰਚ ਗਿਆ। ਉਹ ਬੜਾ ਕ੍ਰੋਧ ਨਾਲ ਭਖ ਰਿਹਾ ਸੀ। ਲੋਭ ਦੇ ਵਸ ਹੋਏ ਦੀ ਬੁੱਧੀ ਭ੍ਰਸ਼ਟ ਹੋ ਗਈ। ਭਾਈ ਦਾਤੂ ਨੇ ਅੱਗੇ ਵੱਧ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਿੱਠ ਵਿੱਚ ਲੱਤ ਮਾਰ ਕੇ ਗੁਰਗੱਦੀ ਤੋਂ ਹੇਠਾਂ ਸੁੱਟ ਦਿੱਤਾ ਤੇ ਕਹਿਣ ਲੱਗਾ, ਤੇਰਾ ਇਸ ਗੱਦੀ ਤੇ ਬਹਿਣ ਦਾ ਕੋਈ ਹੱਕ ਨਹੀਂ। ਤੂੰ ਸੇਵਕ ਹੋ ਕੇ ਮਾਲਕ ਕਿਵੇਂ ਬਣ ਸਕਦਾ ਹੈ? ਤੂੰ ਹੁਣ ਇੱਥੋਂ ਨਿਕਲ ਜਾ, ਇਹ ਸਭ ਕੁਝ ਮੇਰਾ ਹੈ। ਸ਼ਾਂਤੀ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਉੱਠੇ, ਹੱਥ ਜੋੜ ਕੇ ਕਹਿਣ ਲੱਗੇ, ਤੁਸੀਂ ਆਪ ਆਉਣ ਦੀ ਖੇਚਲ ਕਿਉਂ ਕੀਤੀ? ਮੈਨੂੰ ਕਿਸੇ ਸੇਵਕ ਹੱਥ ਸੁਨੇਹਾ ਭੇਜ ਦਿੰਦੇ ਤਾਂ ਮੈਂ ਆਪ ਹੀ ਚਲੇ ਜਾਣਾ ਸੀ। ਇਹ ਕਹਿ ਕੇ
ਸਤਿਗੁਰ ਜੀ ਭਾਈ ਦਾਤੂ ਦੀ ਲੱਤ ਕੁੱਟਣ ਲੱਗ ਪਏ ਤੇ ਕਹਿਣ ਲੱਗੇ, ਮੇਰਾ ਸਰੀਰ ਬਿਰਧ ਹੋਣ ਕਰਕੇ ਕਰੜਾ ਹੈ। ਆਪ ਦੇ ਚਰਨ ਕੋਮਲ ਹਨ, ਆਪ ਦੇ ਚਰਨਾਂ ਨੂੰ ਮੇਰੀ ਕੋਈ ਹੱਡੀ ਤਾਂ ਨਹੀਂ ਚੁਭੀ। ਕੁਝ ਸਿੱਖ ਭਾਈ ਦਾਤੂ ਦਾ ਦਿਮਾਗ ਠੀਕ ਕਰਨ ਲਈ ਉੱਠੇ, ਪਰ ਸਤਿਗੁਰ ਜੀ ਨੇ ਸਭ ਸੰਗਤ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਤੇ ਆਪ ਸਭ ਕੁਝ ਉੱਥੇ ਹੀ ਛੱਡ ਕੇ ਚੁੱਪ ਕਰਕੇ ਉੱਥੋਂ ਆਪਣੇ ਨਿਵਾਸ ਸਥਾਨ ਤੇ ਚਲੇ ਗਏ। ਭਾਈ ਦਾਤੂ ਨੇ ਚੜਤ ਦੀ ਸਾਰੀ ਮਾਇਆ ਤੇ ਹੋਰ ਸਮਾਨ ਸਾਂਭ ਲਿਆ। ਉਸ ਤੋਂ ਬਾਅਦ ਭਾਈ ਦਾਤੂ ਗੁਰਗੱਦੀ ਤੇ ਬੈਠ ਗਿਆ। ਸ੍ਰੀ ਗੁਰੂ ਅਮਰਦਾਸ ਜੀ ਅੱਧੀ ਰਾਤ ਨੂੰ ਬਿਨਾਂ ਕਿਸੇ ਨੂੰ ਦੱਸੇ ਗੋਇੰਦਵਾਲ ਤੋਂ ਚੱਲ ਕੇ ਆਪਣੇ ਨਗਰ ਬਾਸਰ ਕੇ ਪਹੁੰਚ ਗਏ। ਨਗਰ ਤੋਂ ਬਾਰ-ਬਾਰ ਇੱਕ ਕੋਠੇ ਵਿੱਚ ਬੈਠ ਕੇ ਬੂਹਾ ਬੰਦ ਕਰ ਲਿਆ। ਬਾਹਰ ਕੰਧ ਤੇ ਇਹ ਬਚਨ ਲਿਖ ਦਿੱਤੇ, ਜਿਹੜਾ ਆਦਮੀ ਇਸ ਬੂਹੇ ਨੂੰ ਖੋਲੇਗਾ ਉਹ ਗੁਰੂ ਦਾ ਦੇਣਦਾਰ ਹੋਵੇਗਾ। ਉਹ ਨਾ ਸਾਡਾ ਸਿੱਖ, ਨਾ ਅਸੀਂ ਉਸ ਦੇ ਗੁਰੂ ਹੋਵਾਂਗੇ। ਇਹ ਕਰੜਾ ਬਚਨ ਲਿਖ ਕੇ ਗੁਰੂ ਸਾਹਿਬ ਜੀ ਕੋਠੇ ਅੰਦਰ ਅਖੰਡ ਸਮਾਧੀ ਲਾ ਕੇ ਸਿਮਰਨ ਵਿੱਚ ਲੀਨ ਹੋ ਗਏ। ਪਿੱਛੇ ਗੋਇੰਦਵਾਲ ਵਿੱਚ ਭਾਈ ਦਾਤੂ ਦੀ ਬਹੁਤ ਬੁਰੀ ਦਸ਼ਾ ਹੋਈ। ਸਭ ਸੰਗਤਾਂ ਉਸ ਨੂੰ ਛੱਡ ਕੇ ਆਪੋ ਆਪਣੇ ਟਿਕਾਣਿਆਂ ਨੂੰ ਚਲੀਆਂ ਗਈਆਂ। ਕਿਸੇ ਸਿੱਖ ਨੇ ਵੀ ਉਸ ਨੂੰ ਆਪਣਾ ਗੁਰੂ ਨਾ ਮੰਨਿਆ। ਅਖੀਰ ਮਾਯੂਸ ਹੋ ਕੇ ਗੁਰੂ ਦਰਬਾਰ ਵਿੱਚੋਂ ਜਿੰਨੀ ਕੁ ਮਾਇਆ ਉਸ ਦੇ ਹੱਥ ਲੱਗੀ ਸੀ, ਉਸ ਨੂੰ ਲੈ ਕੇ ਉਹ ਖਡੂਰ ਸਾਹਿਬ ਵੱਲ ਤੁਰ ਪਿਆ। ਰਸਤੇ ਵਿੱਚ ਉਸ ਨੂੰ ਚੋਰਾਂ ਨੇ ਆ ਘੇਰਿਆ ਤੇ ਮਾਰ ਕੁਟਾਈ ਕਰਕੇ ਉਸ ਤੋਂ ਸਾਰੀ ਮਾਇਆ ਤੇ ਸਾਰਾ ਸਮਾਨ ਖੋਹ ਲਿਆ। ਚੋਰਾਂ ਦੀ ਮਾਰ ਨਾਲ ਉਸ ਦੀ ਲੱਤ ਟੁੱਟ ਗਈ ਤੇ ਉਸ ਦੀ ਟੁੱਟੀ ਲੱਤ ਸਾਰੀ ਉਮਰ ਠੀਕ ਨਾ ਹੋਈ ਤੇ ਉਸਨੇ ਐਸੇ ਦੁੱਖ ਵਿੱਚ ਸਾਰੀ ਉਮਰ ਬਿਤਾਈ। ਇਸ ਘਟਨਾ ਤੋਂ ਅਗਲੇ ਦਿਨ ਦੀਵਾਨ ਸਥਾਨ ਉੱਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਸਤਿਗੁਰ ਜੀ ਦਾ ਸਿੰਘਾਸਨ ਸਜਾਇਆ ਗਿਆ। ਰਬਾਬੀਆਂ ਨੇ ਗੁਰੂ ਦੇ ਸ਼ਬਦ ਤੇ ਆਸਾ ਦੀ ਵਾਰ ਆਰੰਭ ਕਰ ਦਿੱਤੀ। ਜਦੋਂ ਸਤਿਗੁਰ ਜੀ ਦੀਵਾਨ ਵਿੱਚ ਨਾ ਆਏ ਤਾਂ ਸੰਗਤਾਂ ਨੂੰ ਬੜਾ ਫਿਕਰ ਹੋਇਆ। ਕੁਝ ਸਿੱਖ ਚੁਬਾਰੇ ਸਾਹਿਬ ਵਿੱਚ ਗੁਰੂ ਜੀ ਦਾ ਪਤਾ ਲੈਣ ਗਏ, ਪਰ ਸਤਿਗੁਰ ਜੀ ਉੱਥੇ ਨਾ ਮਿਲੇ। ਉਸ ਤੋਂ ਬਾਅਦ ਸੰਗਤਾਂ ਬਹੁਤ ਬੇਚੈਨ ਹੋ ਗਈਆਂ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਸਤਿਗੁਰ ਜੀ ਰਾਤ ਸਮੇਂ ਕਿੱਧਰ ਚਲੇ ਗਏ। ਸਤਿਗੁਰ ਜੀ ਤੋਂ ਬਿਨਾਂ ਹਰ ਪਾਸੇ ਉਦਾਸੀ ਛਾ ਗਈ। ਦਿਨ ਚੜ੍ਹੇ, ਇਹ ਖਬਰ ਦੂਰ ਦੂਰ ਤੱਕ ਫੈਲ ਗਈ। ਕੁਝ ਸਿੱਖ ਬਾਬਾ ਬੁੱਢਾ ਜੀ ਦੇ ਨਗਰ ਵੱਲ ਚਲੇ ਗਏ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਪਿਛਲੇ ਦਿਨ ਵਾਲੀ ਭਾਈ ਦਾਤੂ ਦੀ ਕੀਤੀ ਕਰਤੂਤ ਦੱਸੀ ਤੇ ਕਿਹਾ, ਸਤਿਗੁਰ ਜੀ ਚੁੱਪ ਚਪੀਤੇ ਪਤਾ ਨਹੀਂ ਕਿੱਧਰ ਚਲੇ ਗਏ ਹਨ। ਸੰਗਤਾਂ ਬਹੁਤ ਉਦਾਸ ਹਨ। ਸਤਿਗੁਰ ਜੀ ਨੂੰ ਲੱਭਣ ਦਾ ਕਾਰਜ ਆਪ ਜੀ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਸੰਗਤਾਂ ਤੇ ਇਹ ਪਰਉਪਕਾਰ ਤੁਸੀਂ ਹੀ ਕਰੋ। ਸਿੱਖਾਂ ਦੀ ਬੇਨਤੀ ਸੁਣ ਕੇ ਬਾਬਾ ਬੁੱਢਾ ਜੀ ਨੇ ਇੱਕ ਘੜੀ ਅੰਤਰ ਧਿਆਨ ਹੋ ਕੇ ਵੇਖਿਆ ਕਿ ਸਤਿਗੁਰ ਜੀ ਬਾਸਰ ਕੇ ਇੱਕ ਕੋਠੇ ਵਿੱਚ ਸਮਾਧੀ ਲਾਈ ਬੈਠੇ ਹਨ। ਫਿਰ ਆਪ ਜੀ ਨੇ ਵਿਚਾਰਿਆ, ਜੇ ਇਸ ਤਰ੍ਹਾਂ ਹੀ ਸੰਗਤਾਂ ਨੂੰ ਦੱਸ ਦਿੱਤਾ ਤਾਂ ਕਰਾਮਾਤ ਪ੍ਰਗਟ ਹੋ ਜਾਵੇਗੀ। ਇਹ ਚੰਗੀ ਗੱਲ ਨਹੀਂ। ਇਸ ਲਈ ਗੁਰੂ ਜੀ ਦੇ ਦਰਸ਼ਨ ਵਾਸਤੇ ਕੋਈ ਹੋਰ ਢੰਗ ਵਰਤਣਾ ਚਾਹੀਦਾ ਹੈ। ਤੇ ਬਾਬਾ ਬੁੱਢਾ ਜੀ ਨੇ ਸਿੱਖ ਸੰਗਤਾਂ ਨੂੰ ਕਿਹਾ, ਗੁਰੂ ਜੀ ਦੀ ਸਵਾਰੀ ਵਾਲੀ ਘੋੜੀ ਨੂੰ ਅੱਗੇ ਲਾ ਕੇ ਉਸ ਦੇ ਪਿੱਛੇ ਤੁਰ ਪਾਓ। ਘੋੜੀ ਗੁਰੂ ਜੀ ਦਾ ਖੋਜ ਦੱਸ ਕੇ ਉਹਨਾਂ ਕੋਲ ਲੈ ਜਾਵੇਗੀ। ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ। ਸੰਗਤਾਂ ਨੇ ਬਾਬਾ ਜੀ ਦੀ ਆਗਿਆ ਅਨੁਸਾਰ ਘੋੜੀ ਨੂੰ ਪਹਿਲਾਂ ਇਸ਼ਨਾਨ ਕਰਾਇਆ, ਫਿਰ ਉਸ ਉੱਪਰ ਬੜਾ ਸੁੰਦਰ ਜੀਨ ਪਾਇਆ ਤੇ ਉਸ ਨੂੰ ਛੱਡ ਦਿੱਤਾ। ਅੱਗੇ ਅੱਗੇ ਘੋੜੀ ਤੇ ਪਿੱਛੇ ਪਿੱਛੇ ਸੰਗਤ ਤੁਰ ਪਈ। ਤੁਰਦੀ ਤੁਰਦੀ ਘੋੜੀ ਬਾਸਰ ਕੇ ਪਿੰਡ ਜਾ ਪਹੁੰਚੀ ਤੇ ਸਤਿਗੁਰ ਜੀ ਦੇ ਕੋਠੇ ਅੱਗੇ ਜਾ ਖੜੋਤੀ ਤੇ ਬਹੁਤ ਉੱਚੀ ਹਿਣਕੀ। ਤਦ ਬਾਬਾ ਬੁੱਢਾ ਜੀ ਨੇ ਅੱਗੇ ਹੋ ਕੇ ਬੂਹੇ ਉੱਤੇ ਲਿਖਿਆ ਸਤਿਗੁਰ ਜੀ ਦਾ ਹੁਕਮ ਪੜ੍ਹਿਆ। ਹੁਕਮ ਪੜ੍ਹ ਕੇ ਆਪ ਜੀ ਸੰਗਤ ਨੂੰ ਕਹਿਣ ਲੱਗੇ, ਜੇ ਅਸੀਂ ਬੂਹਾ ਖੋਲੀਏ
ਤਾਂ ਗੁਰੂ ਜੀ ਦੀ ਆਗਿਆ ਭੰਗ ਕਰਨ ਦਾ ਦੋਸ਼ ਲੱਗੇਗਾ। ਇਸ ਕਰਕੇ ਸਾਨੂੰ ਕੋਈ ਹੋਰ ਢੰਗ ਵਰਤਣਾ ਪਵੇਗਾ। ਸੋ ਬਾਬਾ ਜੀ ਨੇ ਪਿਛਲੇ ਪਾਸਿਓਂ ਕੰਧ ਨੂੰ ਸੰਨ ਲਾ ਕੇ ਅੰਦਰ ਜਾਣ ਦਾ ਢੰਗ ਸੋਚਿਆ। ਸਿੱਖਾਂ ਨੂੰ ਪਿੰਡ ਭੇਜ ਕੇ ਸੰਨ ਲਾਉਣ ਲਈ ਸੰਦ ਮੰਗਵਾਏ। ਸੰਦ ਆ ਜਾਣ ਤੇ ਬਾਬਾ ਜੀ ਨੇ ਪਿਛਲੇ ਪਾਸੇ ਕੰਧ ਵਿੱਚ ਸੰਨ ਲਾਈ ਤਾਂ ਅੰਦਰ ਵੇਖਿਆ ਕਿ ਸਤਿਗੁਰ ਜੀ ਅਡੋਲ ਸਮਾਧੀ ਲਾ ਕੇ ਬੈਠੇ ਹਨ। ਬਾਬਾ ਜੀ ਨੇ ਅੰਦਰ ਜਾ ਕੇ ਸਤਿਗੁਰ ਜੀ ਨੂੰ ਨਮਸਕਾਰ ਕੀਤੀ। ਚਰਨ ਚੱਸ ਕੇ ਆਪ ਜੀ ਦੀ ਸਮਾਧੀ ਖੋਲੀ। ਸਤਿਗੁਰ ਜੀ ਨੇ ਨੇਤਰ ਖੋਲ ਕੇ ਬਾਬਾ ਬੁੱਢਾ ਜੀ ਨੂੰ ਵੇਖਿਆ ਤੇ ਕਿਹਾ, ਬਾਬਾ ਜੀ ਤੁਸਾਂ ਸਾਡਾ ਲਿਖਿਆ ਬਚਨ ਬਾਹਰ ਨਹੀਂ ਪੜਿਆ। ਬਾਬਾ ਜੀ ਨੇ ਕਿਹਾ, ਮਹਾਰਾਜ ਜੀ ਅਸਾਂ ਆਪ ਜੀ ਦੀ ਆਗਿਆ ਭੰਗ ਨਹੀਂ ਕੀਤੀ, ਅਸਾਂ ਬੂਹਾ ਨਹੀਂ ਖੋਲਿਆ, ਸਗੋਂ ਕੋਠੇ ਦੇ ਪਿਛਲੇ ਪਾਸੇ ਸੰਨ ਲਾ ਕੇ ਅੰਦਰ ਆਏ ਹਾਂ। ਆਪ ਕਿਰਪਾ ਕਰਕੇ ਬਾਹਰ ਆਓ ਤੇ ਗੋਇੰਦਵਾਲ ਚੱਲੋ ਤੇ ਸੰਗਤਾਂ ਨੂੰ ਦਰਸ਼ਨ ਬਖਸ਼ ਕੇ ਨਿਹਾਲ ਤੇ ਸ਼ਾਂਤ ਕਰੋ। ਬਾਬਾ ਬੁੱਢਾ ਜੀ ਦੇ ਬਚਨ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਸਾਨੂੰ ਸਾਡੇ ਸਤਿਗੁਰ ਜੀ ਦੇ ਸਪੁੱਤਰ ਨੇ ਹੁਕਮ ਕੀਤਾ ਸੀ ਕਿ ਤੁਸੀਂ ਆਪ ਦੇ ਨਗਰ ਬਾਸਰ ਕੇ ਚਲੇ ਜਾਓ। ਸੋ ਅਸਾਂ ਨੇ ਉਹਨਾਂ ਦੇ ਹੁਕਮ ਦੀ ਪਾਲਣਾ ਕੀਤੀ ਹੈ। ਤੁਸੀਂ ਬੜੀ ਸ਼ਰਧਾ ਤੇ ਪਿਆਰ ਨਾਲ ਸੰਗਤਾਂ ਤੇ ਪਰਉਪਕਾਰ ਕਰਨ ਲਈ ਇਸ ਕੋਠੇ ਨੂੰ ਸੰਨ ਲਾਈ ਹੈ। ਜਿਹੜਾ ਵੀ ਇਸ ਸੰਨ ਵਿੱਚੋਂ ਗੁਜ਼ਰੇਗਾ ਉਸ ਦੀ 84 ਕੱਟੀ ਜਾਵੇਗੀ। ਉਸ ਨੂੰ ਅਕਾਲ ਪੁਰਖ ਦੇ ਦਰਸ਼ਨ ਹੋਣਗੇ ਤੇ ਉਹ ਮੁਕਤ ਹੋ ਜਾਵੇਗਾ। ਇਹ ਬਚਨ ਕਰਕੇ ਸਤਿਗੁਰ ਜੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਕੋਠੇ ਤੋਂ ਬਾਹਰ ਆ ਗਏ ਤੇ ਘੋੜੀ ਤੇ ਸਵਾਰ ਹੋ ਕੇ ਗੋਇੰਦਵਾਲ ਨੂੰ ਚੱਲ ਪਏ। ਪੈਰ ਰਾਤ ਗਈ ਆਪ ਜੀ ਨੇ ਗੋਇੰਦਵਾਲ ਪਹੁੰਚ ਕੇ ਵਿਸ਼ਰਾਮ ਕੀਤਾ ਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਆਪ ਜੀ ਦੀਵਾਨ ਵਿੱਚ ਸ਼ਸ਼ੋਭਤ ਹੋਏ। ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਬੜੀਆਂ ਪ੍ਰਸੰਨ ਹੋਈਆਂ ਤੇ ਬਹੁਤ ਸਾਰੀਆਂ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ। ਸਤਿਗੁਰ ਜੀ ਤੇ ਦਿੱਤੇ ਵਰ ਵਾਲੇ ਅਸਥਾਨ ਤੇ ਅੱਜ ਕੱਲ ਬੜਾ ਸੁੰਦਰ ਗੁਰਦੁਆਰਾ ਸੰਨ ਸਾਹਿਬ ਤੇ ਸਰੋਵਰ ਬਣਿਆ ਹੋਇਆ ਹੈ, ਜੋ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਲਾਗੇ ਹੈ। ਹਰ ਸਾਲ ਇਸ ਸਥਾਨ ਤੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਤੇ ਲੱਖਾਂ ਸਿੱਖ ਸੰਨ ਸਾਹਿਬ ਚੋਂ ਲੰਘ ਕੇ ਆਪਣੀ 84 ਕੱਟ ਕੇ ਮੁਕਤ ਹੁੰਦੇ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ